ਦੋਸਤੋ ਮੋਹਾਲੀ ਪੰਜਾਬ ਤੋਂ ਰਵੀਜੋਤ ਕੌਰ ਜੀ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਔਰ ਜ਼ਿੰਦਗੀ ਦੇ ਬਾਰੇ 'ਚ ਉਹਨਾਂ ਕੋਲ ਇਹ ਚੀਜ਼ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕਿ ਦੁਨੀਆ 'ਚ ਜਦੋਂ ਲੋਕ ਇਸ ਵਕਤ ਚਕਾਚੌਂਧ ਔਰ ਦੌਲਤ ਦੇ ਪਿੱਛੇ ਭੱਜਦੇ ਨੇ ਔਰ ਆਪਣੀ ਅਖਲਾਕੀਆਤ ਔਰ ਮਜ਼ਹਬ ਤੋਂ ਬੇਜ਼ਾਰ ਹੁੰਦੇ ਜਾਂਦੇ ਨੇ, ਉਹਨਾਂ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਅੰਗੇਜ ਰੱਖਿਆ ਹੋਇਆ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਚੀਜ਼ ਅਸੀਂ ਤੁਹਾਡੇ ਕੋਲ ਪੁੱਛਣਾ ਚਾਹ ਰਹੇ ਹਾਂ ਕਿ ਦੁਨੀਆ ਜਦੋਂ ਇਸ ਵਕਤ ਮਜ਼ਹਬ ਬੇਜ਼ਾਰ ਜਾਂ ਧਰਮਾਂ ਤੋਂ ਬੇਜ਼ਾਰ ਹੁੰਦੀ ਜਾਂਦੀ ਹੈ, ਤੁਸੀਂ ਆਪਣੇ ਆਪ ਨੂੰ ਅੰਗੇਜ ਕਿਸ ਤਰ੍ਹਾਂ ਰੱਖਿਆ ਹੋਇਆ? ਔਰ ਦੂਸਰੀ ਚੀਜ਼ ਇਹ ਆ ਕਿ ਤੁਸੀਂ ਆਪਣੇ ਕਰੈਕਟਰ ਦੇ ਜ਼ਰੀਏ ਯਾਨੀ ਆਪਣੀ ਅਪੀਅਰੈਂਸ ਦੇ ਜ਼ਰੀਏ ਵੀ ਆਪਣੇ ਆਪ ਨੂੰ ਜ਼ਾਹਰੀ ਤੌਰ ਤੇ ਅੰਗੇਜ ਵੀ ਕੀਤਾ ਹੈ। ਇਹ ਕਿੰਨੀ ਕੁ ਆਸਾਨ ਔਰ ਕਿੰਨੀ ਕੁ ਮੁਸ਼ਕਲ ਹੁੰਦੀ ਹੈ ਕਿਸੇ ਵੀ ਲੜਕੀ ਵਾਸਤੇ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਜ਼ਿੰਦਗੀ ਬਸਰ ਕਰੇ? ਮੈਨੂੰ ਅੰਮ੍ਰਿਤ ਛਕਿਆ ਕਾਫੀ ਸਮਾਂ ਹੋ ਗਿਆ। ਮੈਂ ਬਹੁਤ ਛੋਟੀ ਸਾਂ ਜਦੋਂ ਮੈਂ ਗੁਰੂ ਦੇ ਲੜ ਲੱਗੀ ਸੀ, ਤੇ ਉਨਾ ਹੀ ਸਮਾਂ ਮੈਨੂੰ ਦਸਤਾਰ ਧਾਰਨ ਕੀਤਿਆਂ ਵੀ ਹੋਇਆ, ਦਸਤਾਰ ਸਜਾਇਆ ਵੀ ਹੋ ਗਿਆ। ਤੇ ਇਹ ਇੱਕ ਸੱਚ ਗੱਲ ਹੈ ਕਿ ਸਾਡੇ ਸਮਾਜ ਵਿੱਚ ਜਦੋਂ ਸਾਰਾ ਫੋਕਸ ਇੱਕ ਅਪੀਅਰੈਂਸ ਤੇ ਹੁੰਦਾ ਹੈ, ਤਾਂ ਜਦੋਂ ਇੱਕ ਕੁੜੀ ਦਸਤਾਰਧਾਰੀ ਹੁੰਦੀ ਹੈ ਤਾਂ ਉਹਨੂੰ ਜਿਹੜਾ ਧਿਕਾਰਿਆ ਵੀ ਜਾਂਦਾ ਹੈ, ਤਿਰਸਕਾਰ ਵੀ ਕੀਤਾ ਜਾਂਦਾ ਹੈ, ਮਜ਼ਾਕ ਵੀ ਉਡਾਇਆ ਜਾਂਦਾ ਹੈ, ਪੁਆਇੰਟ ਆਊਟ ਕੀਤਾ ਜਾਂਦਾ ਹੈ। ਮਤਲਬ ਬਸ਼ਰਤੇ ਐਵੇਂ ਉਂਗਲ ਕਰਕੇ ਤੁਹਾਡੇ ਵੱਲ ਇਸ਼ਾਰੇ ਕਰਕੇ ਗੱਲ ਕੀਤੀ ਜਾਂਦੀ ਹੈ ਤੁਹਾਡੇ ਬਾਰੇ। ਤੇ ਸ਼ੁਰੂ 'ਚ ਤੇ ਕਾਫੀ ਔਖਾ ਹੁੰਦਾ ਹੈ, ਤੇ ਮੈਂ ਇਹ ਨੋਟਿਸ ਕੀਤਾ, ਮੈਂ ਅਬਜ਼ਰਵ ਕੀਤਾ, ਮੈਂ ਸਿੱਖਿਆ ਹੈ ਥਰੂ ਆਊਟ ਆਲ ਦੀਜ਼ ਈਅਰਸ ਕਿ ਜੇ ਤਾਂ ਗੁਰੂ ਦੇ ਲੜ ਲੱਗਣਾ ਹੈ ਤਾਂ ਫਿਰ ਇਹਨਾਂ ਚੀਜ਼ਾਂ ਨੂੰ ਇਗਨੋਰ ਹੀ ਕਰਨਾ ਪਏਗਾ। ਤੁਸੀਂ ਨਾ ਤਾਂ ਹਰ ਕਿਸੇ ਨੂੰ ਜਾ ਕੇ ਲੜ ਸਕਦੇ ਹੋ, ਨਾ ਹਰ ਕਿਸੇ ਨਾਲ ਜਾ ਕੇ ਗੱਲ ਕਰ ਸਕਦੇ ਹੋ। ਤੇ ਇਹਦਾ ਇੱਕੋ ਇੱਕ ਮੈਂ ਤਰੀਕਾ ਲੱਭਿਆ ਕਿ ਇਹਨੂੰ ਇਗਨੋਰ ਕੀਤਾ ਜਾਏ, ਕਿ ਇਹ ਉਹਨਾਂ ਲੋਕਾਂ ਦੀ ਜਿਹੜੀ ਹੈ ਨਾ ਮੈਂ ਕਹਾਂਗੀ ਲਾਚਾਰੀ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ, ਜਾਂ ਉਹਨਾਂ ਦਾ ਫੋਕਸ ਸਿਰਫ ਬਾਹਰੀ, ਜਿਵੇਂ ਤੁਸੀਂ ਦਿਖਦੇ ਹੋ, ਤੁਹਾਡੀ ਅਪੀਅਰੈਂਸ ਕਿਵੇਂ ਦੀ ਉਹਦੇ ਉੱਤੇ ਹੈ। ਤੇ ਮੈਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ ਹੁਣ। ਪਰ ਇੱਕ ਸਮਾਂ ਸੀ ਜਦੋਂ ਮੈਂ ਹਾਲੇ ਕਾਫੀ ਛੋਟੀ ਸੀ ਤੇ ਮੈਨੂੰ ਬਹੁਤ ਅਜੀਬ ਲੱਗਦਾ ਸੀ, ਔਰ ਮੈਨੂੰ ਔਖਾ ਵੀ ਲੱਗਦਾ ਸੀ, ਕਿਉਂਕਿ ਸਾਰਿਆਂ ਨੇ ਮੈਨੂੰ ਐਵੇਂ ਮਜ਼ਾਕ ਉਡਾਉਣਾ। ਔਰ ਦੁੱਖ ਦੀ ਗੱਲ ਇਹ ਹੈ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬ ਗੁਰਾਂ ਦੀ ਧਰਤੀ ਹੈ, ਉਹਦੇ ਉੱਤੇ ਜ਼ਿਆਦਾ ਹੁੰਦਾ ਹੈ ਕਿ ਉਹਦੇ ਉੱਤੇ ਤੁਹਾਡੇ ਨਾਲ ਛੇੜਖਾਨੀ ਵੀ ਜ਼ਿਆਦਾ ਕੀਤੀ ਜਾਂਦੀ ਹੈ। ਇਸ ਪੱਖ ਨੂੰ ਲੈ ਕੇ ਕੁੜੀਆਂ ਨਾਲ ਤਾਂ ਵੈਸੇ ਵੀ ਕੀਤੀ ਜਾਂਦੀ ਹੈ, ਪਰ ਉਂਝ ਜਦੋਂ ਤੁਸੀਂ ਦਸਤਾਰ ਸਜਾਈ ਹੋਵੇ ਤੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਨਾਂ ਲੈ ਕੇ ਛੇੜਿਆ ਜਾਏਗਾ, ਉੱਚੀ ਬੋਲਿਆ ਜਾਏਗਾ। ਤੇ ਇਹ ਮਤਲਬ ਪੰਜਾਬ ਵਿੱਚ ਜਾਂ ਨਾਰਥ ਵਿੱਚ ਜ਼ਿਆਦਾ ਹੈ, ਜਿੱਥੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਸਾਰੇ ਜ਼ਿਆਦਾ ਸਮਝਦੇ ਹੋਣਗੇ ਇਸ ਗੱਲ ਨੂੰ, ਕਿਉਂਕਿ ਤੁਸੀਂ ਉੱਥੋਂ ਤੁਹਾਡਾ ਧਰਮ ਪੈਦਾ ਹੋਇਆ ਹੈ। ਪਰ ਇਹ ਸਾਡੀ ਤਰਾਸਦੀ ਹੈ ਕਿ ਉੱਥੇ ਨਹੀਂ ਹੁੰਦਾ। ਤੇ ਇਹ ਔਖਾ ਤਾਂ ਹੈ, ਇਹਦੇ 'ਚ ਮੈਂ ਨਹੀਂ ਕਹਾਂਗੀ ਕਿ ਔਖਾ ਨਹੀਂ ਹੈ, ਪਰ ਇੱਕ ਪੁਆਇੰਟ ਤੱਕ ਔਖਾ ਹੈ। ਉਸ ਤੋਂ ਬਾਅਦ ਤੁਸੀਂ ਸਮਝ ਜਾਂਦੇ ਕਿ ਤੁਹਾਡੀ ਪ੍ਰਾਇੋਰਟੀ ਗੁਰੂ ਹੈ, ਤੇ ਇਹ ਸਭ ਚੀਜ਼ਾਂ ਮੈਟਰ ਨਹੀਂ ਕਰਦੀਆਂ, ਫਿਰ ਸਭ ਠੀਕ ਹੋ ਜਾਂਦਾ ਹੈ। ਬਿਲਕੁਲ ਠੀਕ। ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਅਗਰ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਦੇ ਪਹਿਲੇ ਗੁਰੂ ਜਿਹੜੇ ਹੈ ਨੇ ਬਾਬਾ ਗੁਰੂ ਨਾਨਕ ਸਾਹਿਬ, ਉਹਨਾਂ ਦਾ ਜਨਮ ਸਥਾਨ ਵੀ ਸਾਡੇ ਨਨਕਾਣਾ ਸਾਹਿਬ ਹੈ, ਔਰ ਇਸ ਤਰ੍ਹਾਂ ਕਰਤਾਰਪੁਰ ਸਾਹਿਬ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਆਖਰੀ 17 ਬਰਸ ਉੱਥੇ ਪੂਰੇ ਕੀਤੇ। ਹਾਂਜੀ। ਤੁਹਾਡੇ ਮਨ ਦੇ ਵਿੱਚ ਜਾਂ ਤੁਹਾਡੇ ਪੁਰਖਾਂ ਦੇ ਮਨ ਦੇ ਵਿੱਚ ਕਦੀ ਖਿਆਲ ਆਇਆ ਕਿ ਅਸੀਂ ਉਸ ਮੁਲਕ 'ਚ ਜਾਈਏ, ਚਾਹੇ ਜ਼ਾਹਰ ਹੁਣ ਦੋ ਮੁਲਕ ਇੱਕ ਹਕੀਕਤ ਬਣ ਚੁੱਕੇ ਨੇ, ਉੱਥੇ ਜਾਈਏ, ਉਹਨਾਂ ਧਰਤੀ ਔਰ ਉਹਨਾਂ ਜਗ੍ਹਾ ਨੂੰ ਜਾ ਕੇ ਆਪਣਾ ਦੁਆ ਮੰਗੀਏ? ਤੁਹਾਡੇ ਜ਼ਿਹਨ 'ਚ ਕੀ ਖਿਆਲ ਆਉਂਦਾ ਹੈ ਪਾਕਿਸਤਾਨ ਆਉਣ ਦੇ ਬਾਰੇ? ਮੇਰੇ ਦਾਦਕੇ ਨਾਨਕੇ ਦੋਵੇਂ ਉੱਥੋਂ ਆਏ ਸਨ ਵੰਡ ਦੇ ਵੇਲੇ, ਤੇ ਮੇਰੇ ਦਾਦੀ ਜੀ ਪਿਛਲੇ ਸਾਲ ਚੜ੍ਹਾਈ ਕਰ ਗਏ ਨੇ, ਤੇ ਉਹ 1 ਮਹੀਨਾ ਘੱਟ ਸਨ 95 ਸਾਲ ਦੇ ਹੋਣ ਤੋਂ। ਸ਼ੁਰੂ ਤੋਂ ਹੀ ਅਸੀਂ ਜਿਵੇਂ 15 ਅਗਸਤ ਆਉਂਦਾ ਸੀ ਤੇ ਸਾਡੇ ਘਰ ਏਦਾਂ ਨਹੀਂ ਹੁੰਦਾ ਸੀ ਕਿ ਆਜ਼ਾਦੀ ਦਿਵਸ ਹੈ, ਉਹ ਪਾਰਟੀਸ਼ਨ ਡੇ ਵਜੋਂ ਹੀ ਗੱਲ ਕੀਤੀ ਜਾਂਦੀ ਸੀ ਉਹਦੇ ਬਾਰੇ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਬਿਲਕੁਲ ਜੋ ਜੀ ਰਹੇ ਸੀ ਉਹਨਾਂ ਨੂੰ ਛੱਡ ਕੇ, ਉਹ ਜਿਵੇਂ ਉਹਨਾਂ ਨੂੰ ਪੁੱਟ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਰੱਖਿਆ ਗਿਆ, ਖਾਲੀ ਹੱਥ ਆਏ ਸੀ ਉਹਨਾਂ ਦੇ ਕੋਲ ਸਿਰਫ। ਤੇ ਮੇਰੇ ਦਾਦੀ ਜੀ ਜਦੋਂ ਆਏ ਸੀ, ਉਹਨਾਂ ਕੋਲ ਸਿਰਫ ਆਪਣੀ ਕਿਤਾਬਾਂ ਦਾ ਝੋਲਾ ਸੀਗਾ ਇੱਕ, ਤੇ ਉਹਨਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ, ਤੇ ਉਹਨਾਂ ਨੇ ਕੁੱਛੜ ਬੱਚਾ ਚੁੱਕਿਆ ਹੋਇਆ ਸੀ, ਪਰ ਨਾਲ ਜਿਹੜੇ 2 ਜੋੜੀ ਕੱਪੜੇ ਪਾ ਕੇ ਆਏ ਸਨ ਬਿਨਾਂ ਚੱਪਲਾਂ ਦੇ, ਤੇ ਨਾਲ ਆਪਣਾ ਜਿਹੜਾ ਝੋਲਾ ਕਿਤਾਬਾਂ ਦਾ ਲੈ ਕੇ ਆਏ ਸਨ। ਇਸ ਤਰ੍ਹਾਂ ਹੀ ਮੇਰੇ ਨਾਨਾ ਜੀ ਆਏ ਸੀ ਰਾਵਲਪਿੰਡੀ ਤੋਂ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ
ਜਿੱਥੇ ਰਿਫਿਊਜੀ ਕੈਂਪ ਬਣੇ ਸਨ। ਤੇ ਮੈਨੂੰ ਯਾਦ ਹੈ ਕਿ ਦੱਸਦੇ ਕਿ ਉੱਥੇ ਇੱਕ ਵਾਰੀ ਉਹ ਆਏ ਤੇ ਪੈਸਾ ਤਾਂ ਹੈ ਨਹੀਂ ਸੀ ਕਿਉਂਕਿ ਖਾਲੀ ਹੱਥ ਆਏ ਸੀ, ਤੇ ਉਹ ਵਾਪਸ ਜਾ ਕੇ ਉਹਨਾਂ ਦੇ ਪਿਤਾ ਜੀ ਹਲਵਾਈ ਦਾ ਕੰਮ ਕਰਦੇ ਸੀ, ਤੇ ਜਾ ਕੇ ਉਹਨਾਂ ਦਾ ਸਾਰਾ ਭਾਂਡਾ ਟਿੰਡਾ ਵੇਚ ਵੱਟ ਕੇ ਤੇ ਰਾਤੋਂ ਰਾਤ ਵਾਪਸ ਆਏ ਸੀ। ਉਹ ਚੀਜ਼ਾਂ ਜਿਹੜੀਆਂ ਸਾਡੇ ਸਹਿਜ ਸ਼ੁਰੂ ਤੋਂ ਨੇ, ਕਿਉਂਕਿ ਅਸੀਂ ਇਹੀ ਚੀਜ਼ਾਂ ਸੁਣ ਕੇ ਵੱਡੇ ਹੋਏ ਆ, ਇਹੀ ਗੱਲਾਂ ਸੁਣ ਕੇ ਵੱਡੇ ਹੋਏ, ਤੇ ਸਾਡੇ ਵਾਸਤੇ ਪਾਕਿਸਤਾਨ ਦੁਸ਼ਮਣ ਦੇਸ਼ ਨਹੀਂ ਹੈ ਉਹ ਸਾਡਾ ਪੁਰਖਿਆਂ ਦਾ ਦੇਸ਼ ਹੈ, ਤੇ ਸਾਡੇ ਪੁਰਖਿਆਂ ਦੀ ਧਰਤੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਪੈਦਾ ਹੋਏ, ਜਿੱਥੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ, ਜਿੱਥੇ ਉਹਨਾਂ ਨੇ ਜਿਵੇਂ ਤੁਸੀਂ ਕਿਹਾ ਆਪਣੀ ਜ਼ਿੰਦਗੀ ਦੇ 18 ਸਾਲ ਆਖਰੀ 18 ਸਾਲ ਉਹਨਾਂ ਨੇ ਖੇਤੀ ਕੀਤੀ ਉੱਥੇ ਕਰਤਾਰਪੁਰ ਸਾਹਿਬ। ਤੇ ਮੇਰੀ ਬਹੁਤ ਤਮੰਨਾ ਸੀ ਜਦੋਂ ਕਰਤਾਰਪੁਰ ਕੋਰੀਡੋਰ ਖੁੱਲਿਆ ਕਿ ਅਸੀਂ ਵੀ ਜਾਵਾਂਗੇ, ਪਰ ਉਹ ਫਿਰ ਉਹਦੇ 'ਚ ਵੇਟਿੰਗ ਪੀਰੀਅਡ ਬਹੁਤ ਸੀ। ਮੈਂ ਚਾਹੁੰਦੀ ਸੀ ਕਿ ਮੇਰੇ ਜਿਹੜੇ ਦਾਦੀ ਜੀ ਨੇ ਉਹਨਾਂ ਨੂੰ ਮੈਂ ਇੱਕ ਵਾਰ ਲੈ ਜਾਵਾਂ, ਮੇਰੇ ਨਾਨਾ ਜੀ ਤਾਂ ਪੂਰੇ ਹੋ ਚੁੱਕੇ ਪਹਿਲਾਂ, ਕਾਫੀ ਸਾਲ ਪਹਿਲਾਂ, ਤੇ ਮੈਨੂੰ ਸੀ ਕਿ ਮੈਂ ਆਪਣੇ ਦਾਦੀ ਜੀ ਨੂੰ ਉੱਥੇ ਲੈ ਕੇ ਜਾ ਸਕਾਂ। ਫਿਰ ਉਹਦੇ ਲਈ ਹੋਰ ਮੁਸ਼ਕਿਲਾਤ ਬਹੁਤ ਸਨ, ਜਿਵੇਂ ਪਾਸਪੋਰਟ ਚਾਹੀਦਾ ਹੈ, ਉਹਨਾਂ ਕੋਲ ਨਹੀਂ ਸੀਗਾ, ਐਕਸਪਾਇਰ ਹੋ ਚੁੱਕਿਆ ਸੀ, ਤੇ ਉਹਨਾਂ ਦੀ ਉਹ ਹਾਲਾਤ ਨਹੀਂ ਸੀ ਕਿ ਉਹਨਾਂ ਨੂੰ ਮੈਂ ਪਾਸਪੋਰਟ ਆਫਿਸ ਲੈ ਜਾ ਕੇ ਉਹਨਾਂ ਦਾ ਪਾਸਪੋਰਟ ਬਣਵਾ ਸਕਾਂ। ਤੇ ਇਹ ਹੁਣ ਜਿਵੇਂ ਮੈਂ ਕਹਿੰਦੀ ਹਾਂ ਕਿ ਹਨਾ ਤਰਾਜ਼ਗੀ ਤੇ ਹੈ ਹੀ ਹੈ, ਏਜ ਰਿਲੇਟਿਡ ਜਿਹੜੀ ਸਹੂਲਤਾਂ ਬਜ਼ੁਰਗਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਨਹੀਂ ਹੈਗੀਆਂ, ਤੇ ਉਸ ਚੱਕਰ 'ਚ ਉਹਨਾਂ ਦਾ ਰਹਿ ਗਿਆ। ਫਿਰ ਉਹ ਚੜ੍ਹਾਈ ਕਰ ਗਏ, ਫਿਰ ਉਹਨਾਂ ਦਾ ਜਿਹੜਾ ਇੱਕ ਡ੍ਰੀਮ ਸੀਗਾ ਹਮੇਸ਼ਾ ਕਿ ਮੈਂ ਇੱਕ ਵਾਰ ਉੱਥੇ ਜਾਣਾ ਹੈ, ਉਹ ਅਧੂਰਾ ਰਹਿ ਗਿਆ। ਤੇ ਮੇਰੀ ਇੱਛਾ ਹੈਗੀ ਹੈ ਕਿ ਮੈਂ ਉੱਥੇ ਜ਼ਰੂਰ ਜਾਵਾਂਗੀ, ਜਿਵੇਂ ਵੀ ਹੋ ਸਕਿਆ, ਜਦੋਂ ਵੀ ਹੋ ਸਕਿਆ। ਮੈਨੂੰ ਜਿਵੇਂ ਧਰਤੀ ਨਾ ਪੁਕਾਰਦੀ ਹੈ, ਤੇ ਉੱਥੇ ਜਾਣਾ ਜਿਹੜਾ ਮੇਰਾ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਬਹੁਤ ਜਲਦ ਅਸੀਂ ਉੱਥੇ ਆਵਾਂਗੇ। ਚਲੋ ਅਸੀਂ ਤੁਹਾਨੂੰ ਖੁਸ਼ਾਮਦੀਦ ਕਵਾਂਗੇ, ਹਮੇਸ਼ਾ ਸਵਾਗਤ ਕਰਾਂਗੇ। ਇੱਥੇ ਤੁਹਾਡੇ ਵੀਰ ਮੌਜੂਦ ਨੇ ਸਾਡੇ ਪੰਜਾਬ ਦੇ ਵਿੱਚ। ਅੱਛਾ, ਦੂਸਰੀ ਇਹ ਮੈਂ ਸਮਝਣ ਦੀ ਕੋਸ਼ਿਸ਼ ਕਰਾਂਗਾ ਕਿ ਸਾਡੇ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਧੀਆਂ ਨੇ ਉਹ ਖਾਸ ਤੌਰ ਤੇ ਡਿਜ਼ਾਇਰ ਕਰਦੀਆਂ ਨੇ ਕਿ ਉਹ ਕੈਨੇਡਾ, ਇੰਗਲੈਂਡ, ਅਮਰੀਕਾ ਜਾਣ, ਉਹ ਅਬਰੋਡ ਜਾਣ ਦੀ ਕੋਸ਼ਿਸ਼ ਕਰਦੀਆਂ ਨੇ। ਤੁਹਾਡੇ ਖਿਆਲ 'ਚ ਅਗਰ ਨਫਸੀਆਤ ਉੱਥੇ ਦੀ ਆਪਣੇ ਪੰਜਾਬ ਦੇ ਉਧਰ ਚੜ੍ਹਦੇ ਪੰਜਾਬ ਦੀ ਸਮਝਦੇ ਹੋ, ਔਰ ਜ਼ਾਹਰ ਤੁਸੀਂ ਲੋਕਾਂ ਨੂੰ ਮਿਲਦੇ ਵੀ ਹੋ, ਉਹ ਆਪਣੇ ਮੁਲਕ ਦੇ ਵਿੱਚ ਉਸ ਤਰ੍ਹਾਂ ਦੇ ਮੌਕੇ ਹਾਸਲ ਕਰਨ ਦੀ ਕੋਸ਼ਿਸ਼ ਦੀ ਨਾਕਾਮੀ ਦੀ ਸੂਰਤ 'ਚ ਜਾਂਦੀਆਂ ਨੇ, ਜਾਂ ਕਿ ਉਹਨਾਂ ਦਾ ਕੋਈ ਡਿਜ਼ਾਇਰ ਕੁਝ ਹੋਰ ਹੁੰਦਾ ਹੈ? ਦੇਖੋ, ਪਾਕਿਸਤਾਨ ਤੇ ਹਿੰਦੁਸਤਾਨ ਦੋਨੋਂ ਹਲੇ ਡਿਵੈਲਪਿੰਗ ਨੇਸ਼ਨਸ ਨੇ, ਤੇ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ। ਦੂਜਾ ਪੋਲੀਟੀਕਲ ਪ੍ਰੋਬਲਮਸ ਬਥੇਰੀਆਂ ਨੇ, ਤੇ ਸੋਸ਼ਲ ਪ੍ਰੋਬਲਮਸ ਵੱਖਰੀਆਂ ਨੇ, ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਇੰਪਲੋਇਮੈਂਟ ਦੇ ਉਹਨੇ ਮੌਕੇ ਨਹੀਂ ਮਿਲ ਪਾਉਂਦੇ। ਪਹਿਲੀ ਗੱਲ, ਜਿਵੇਂ ਮੈਂ ਇੰਡੀਅਨ ਪੰਜਾਬ ਦੀ ਗੱਲ ਕਰਾਂ ਤੇ ਉੱਥੇ ਜਿਹੜੀ ਇੰਡਸਟਰੀ ਹੈ ਜਾਂ ਕੋਈ ਵੀ ਜਿਵੇਂ ਇੰਪਲੋਇਮੈਂਟ ਦੇ ਮੌਕੇ ਨੇ ਉਹ ਬਹੁਤ ਘੱਟ ਨੇ ਯੂਥ ਵਾਸਤੇ ਅਵੇਲੇਬਲ, ਸਿਰਫ ਮੁੰਡੇ ਨਹੀਂ, ਕੁੜੀਆਂ ਨਹੀਂ, ਮੁੰਡਿਆਂ ਵਾਸਤੇ ਵੀ। ਤੇ ਉਸ ਕਰਕੇ ਕੀ ਹੈ ਕਿ ਜੇ ਪੜ੍ਹ ਲਿਖ ਵੀ ਜਾਓ ਤੇ ਤੁਸੀਂ ਕੀ ਕਰੋਗੇ ਉਸ ਤੋਂ ਬਾਅਦ? ਤੁਸੀਂ 5,000 ਦੀ 10,000 ਦੀ ਨੌਕਰੀ ਤੇ ਘਰ ਤਾਂ ਚਲਾ ਨਹੀਂ ਸਕਦੇ। ਤੇ ਫਿਰ ਇਸ ਤਰ੍ਹਾਂ ਦਾ ਕਿ ਜਾਂ ਤਾਂ ਘਰ ਦੇ ਕਹਿੰਦੇ ਨੇ ਪੜ੍ਹ ਕੇ ਕੀ ਕਰਨਾ ਹੈ, ਜਾਂ ਫਿਰ ਉਹਨਾਂ ਨੂੰ ਘਰ ਤਾਂ ਛੱਡਣਾ ਹੀ ਪੈਂਦਾ। ਜੇ ਉਹਨਾਂ ਨੇ ਦੇਸ਼ ਵਿੱਚ ਕਿਸੇ ਹੋਰ ਥਾਂ ਤੇ ਵੀ ਜਾਣਾ ਹੈ ਤਾਂ ਉਹਨਾਂ ਨੂੰ ਦੂਰ ਹੀ ਜਾਣਾ ਪੈਂਦਾ। ਇਹ ਤੇ ਹੈ ਨਹੀਂ ਵੀ ਪੰਜਾਬ ਵਿੱਚ ਉਹਨਾਂ ਨੂੰ ਨੌਕਰੀ ਮਿਲ ਜਾਏਗੀ ਕੋਈ। ਉਸ ਕਰਕੇ ਕੀ ਹੈ ਕਿ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿੰਦੇ ਆ। ਦੂਜਾ ਇਹ ਕਿ ਹੁਣ ਇੱਕ ਸੱਚਾਈ ਹੈ ਕਿ ਸਾਡੇ ਮੁੰਡੇ ਘੱਟ ਪੜ੍ਹਦੇ ਨੇ, ਤੇ ਕੁੜੀਆਂ ਦਾ ਜਿਹੜਾ ਨਾ ਧਿਆਨ ਪੜ੍ਹਾਈ ਵੱਲ ਜ਼ਿਆਦਾ ਹੁੰਦਾ ਹੈ। ਉਹ ਸ਼ਾਇਦ ਇਸ ਕਰਕੇ ਕਿ ਉਹਨਾਂ ਨੂੰ ਮੁੰਡਿਆਂ ਨੂੰ ਪ੍ਰਿਵਿਲੇਜ ਜ਼ਿੰਦਗੀ ਮਿਲਦੀ ਹੈ ਸ਼ੁਰੂ ਤੋਂ ਹੀ, ਕਿਉਂਕਿ ਸਾਡੇ ਕਲਚਰ ਵਿੱਚ ਜਿਹੜਾ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਨਾ, ਘਰ ਦਾ ਸਾਰਾ ਕੰਮ ਉਹਨਾਂ ਦਾ ਹੋ ਜਾਂਦਾ ਹੈ, ਉਹਨਾਂ ਨੂੰ ਕੁਝ ਹੱਥ ਲਾਉਣ ਦੀ ਲੋੜ ਨਹੀਂ ਪੈਂਦੀ, ਮਾਵਾਂ ਉਹਨਾਂ ਨੂੰ ਲਾਡ ਨਾਲ ਰੱਖਦੀਆਂ, ਤੇ ਜਿਹੜੇ ਪਿਓ ਨੇ, ਪਿਓ ਨੂੰ ਪੁੱਤ ਤੇ ਜ਼ਿਆਦਾ ਮਾਣ ਹੁੰਦਾ ਹੈ। ਜਿਵੇਂ ਕਹਿੰਦੇ ਨੇ ਹਰ ਪੁੱਤਰ ਨੂੰ ਕਿਹਾ ਜਾਂਦਾ ਨਾ ਤੈਨੂੰ ਤਾਂ ਅਸੀਂ ਮੰਗ ਕੇ ਲਿਆ, ਤੇ ਕੁੜੀਆਂ ਨੂੰ ਨਹੀਂ ਕਿਹਾ ਜਾਂਦਾ ਹੈ। ਤੇ ਕੁੜੀਆਂ ਦਾ ਫਰਜ਼ ਹੁੰਦਾ ਵੀ ਹਾਂ ਘਰ ਦੇ ਭਾਂਡੇ ਟਿੰਡੇ ਵੀ ਕਰਨੇ, ਰੋਟੀ ਵੀ ਬਣਾਉਣੀ ਹੈ, ਸਫਾਈ ਵੀ ਕਰਨੀ ਹੈ, ਘਰ ਦਾ ਕੰਮ ਵੀ ਕਰਨਾ ਹੈ, ਕਹਿਣਾ ਵੀ ਮੰਨਣਾ ਹੈ, ਹਾਂਜੀ ਵੀ ਕਰਨਾ ਹੈ, ਤੇ ਫालतू ਕੁਝ ਮੰਗਣਾ ਵੀ ਨਹੀਂ ਹੈ, ਪੈਸੇ ਨਹੀਂ ਮੰਗਣੇ। ਤੇ ਇਸ ਕਰਕੇ ਉਹਨਾਂ ਦੇ ਅੰਦਰ ਜੇ ਕੈਪੇਬਿਲਿਟੀ ਹੈ, ਕਾਬਲੀਅਤ ਹੈ, ਤਾਂ ਫਿਰ ਉਹਨਾਂ ਨੂੰ ਹੁੰਦਾ ਕਿ ਮੈਨੂੰ ਕੋਈ ਮੌਕਾ ਮਿਲੇ ਜਿਹਦੇ ਨਾਲ ਮੈਂ ਜਿਹੜਾ ਆਪਣੀ ਕਾਬਲੀਅਤ ਨੂੰ ਹੋਰ ਨਿਖਾਰ ਸਕਾਂ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਬਣਾ ਸਕਾਂ ਵਧੀਆ। ਜਿਸ ਕਿਸੇ ਨੇ ਵੀ ਉਸ ਮਾਹੌਲ ਚੋਂ ਨਿਕਲਣਾ ਹੁੰਦਾ ਹੈ ਜਿਹਦੇ ਵਿੱਚ ਉਹਨੂੰ ਸਟਰਗਲ ਹੀ ਕਰਨੀ ਹੈ, ਤੇ ਉਹਨੇ ਫਿਰ ਇਹ ਹੁੰਦਾ ਨਾ ਕੁੜੀ ਦੀ ਲਾਈਫ ਸਟਰਗਲ ਤਾਂ ਹੈ ਹੀ ਹੈ, ਤੇ ਉਹ ਫਿਰ ਬਾਹਰ ਆ ਜਾਂਦੀਆਂ ਨੇ। ਬਾਹਰ ਆ ਕੇ ਮੈਂ ਦੇਖਿਆ ਕਿ ਕੁੜੀਆਂ ਕੰਮ ਵੀ ਕਰਦੀਆਂ, ਕੁੜੀਆਂ ਪੜ੍ਹਦੀਆਂ ਵੀ ਨੇ, ਤੇ ਘਰ ਵੀ ਪੈਸੇ ਭੇਜਦੀਆਂ ਨੇ। ਇਹ ਨਹੀਂ ਕਿ ਮੁੰਡੇ ਹੀ ਭੇਜਦੇ ਨੇ, ਕੁੜੀਆਂ ਵੀ ਆਪਣੇ ਘਰ ਪੈਸੇ ਭੇਜਦੀਆਂ ਨੇ,
ਆਪਣੇ ਮਾਂ-ਬਾਪ ਨੂੰ ਸੁੱਖ ਦਿੰਦੀਆਂ ਨੇ ਤੇ ਉਹਨਾਂ ਦੇ ਕਰਜ਼ੇ ਲਾਉਣ 'ਚ ਵੀ ਮਦਦ ਕਰਦੀਆਂ ਨੇ। ਤੇ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਕੁੜੀਆਂ ਸਟਰਗਲ ਕਰਕੇ ਵੀ ਸਕਸੈਸਫੁਲ ਹੋ ਜਾਂਦੀਆਂ ਨੇ ਇੱਥੇ ਜ਼ਿਆਦਾ। ਤੇ ਮਤਲਬ ਮੁੰਡੇ ਵੀ ਆਉਂਦੇ ਆ, ਮੈਂ ਨਹੀਂ ਕਹਿੰਦੀ ਮੁੰਡੇ ਆਉਂਦੇ ਆ, ਪਰ ਮੁੰਡੇ ਆ ਕੇ ਜੇ ਬਹੁਤ ਸਾਰੇ ਮੈਂ ਦੇਖਿਆ ਕਿ ਜੇ ਬਲੂ ਕਾਲਰ ਜੌਬ ਵਿੱਚ ਆਏ ਆ ਤਾਂ ਉਹ ਬਲੂ ਕਾਲਰ ਵਿੱਚ ਹੀ ਰਹਿ ਜਾਂਦੇ ਨੇ। ਕੁੜੀਆਂ ਜਿਹੜੀਆਂ ਦੇ ਵਰਕ ਟੁਵਰਡਸ ਇਟ ਆਪਣੀ ਜ਼ਿੰਦਗੀ ਬਣਾਉਂਦੀਆਂ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਜਿਹੜਾ ਉਹਨਾਂ ਨੂੰ ਦਬਾਇਆ ਜਾਂਦਾ ਹੈ ਨਾ ਉਹਦੇ ਕਰਕੇ ਉਹ ਹੋਰ ਨਿਖਰ ਜਾਂਦੀਆਂ ਨੇ। ਤੇ ਐਕਸੈਪਸ਼ਨਸ ਤਾਂ ਹਰ ਜਗ੍ਹਾ ਨੇ, ਪਰ ਇਹ ਮੇਰੀ ਆਬਜ਼ਰਵੇਸ਼ਨ ਇਹ ਰਹੀ ਹੈ। ਬਿਲਕੁਲ ਠੀਕ। ਅੱਛਾ, ਮੈਂ ਇਹ ਸਵਾਲ ਤੁਹਾਡੇ ਕੋਲ ਜ਼ਰੂਰ ਪੁੱਛਣਾ ਚਾਹਾਂਗਾ ਕਿ ਇਹ ਯੂਥ ਦੇ ਵਿੱਚ ਜਿਹੜੀ ਮਜ਼ਹਬ ਨਾਲ ਇਸ਼ਕ ਹੈ, ਸਿੱਖ ਧਰਮ ਨਾਲ, ਇਸਲਾਮਿਜ਼ਮ ਹੋਵੇ, ਹਿੰਦੂਇਜ਼ਮ ਹੋਵੇ, ਯਾਨੀ ਤੁਹਾਡੇ ਵਰਗੇ ਯੰਗ ਲੜਕੀਆਂ ਜਿਹੜੀਆਂ ਉਹ ਮਜ਼ਹਬ ਲੈ ਕੇ ਇੰਨਾ ਸੀਰੀਅਸ ਕਿਸ ਤਰ੍ਹਾਂ ਹੋ ਸਕਦੀਆਂ? ਕਿਆ ਉਹਨਾਂ ਦੇ ਜਿਹੜੇ ਵਾਲਿदैन ਨੇ, ਆਬਾਓ ਅਜਦਾਦ ਨੇ, ਉਹਨਾਂ ਦੀ ਤਰਬੀਅਤ ਦਾ ਇਹ ਇੱਕ ਹੁੰਦਾ ਤਰੀਕਾਕਾਰ, ਜਾਂ ਕੋਈ ਵੈਸੇ ਕੋਈ ਨਜ਼ਰੇ ਕਰਮ ਹੋ ਜਾਂਦੀ ਹੈ ਕਿਸੇ ਗੁਰੂ ਸਾਹਿਬ ਦੀ ਜਾਂ ਕਿਸੇ ਵਲੀ ਅੱਲਾ ਦੀ ਕਿ ਇਨਸਾਨ ਜਿਹੜਾ ਉਹ ਮੋਲਡ ਹੋ ਜਾਂਦਾ ਹੈ ਟੂਵਰਡਸ ਰਿਲੀਜਨ? ਤੁਹਾਡਾ ਕੀ ਨੁਕਤਾ ਨਜ਼ਰ ਹੈ? ਦੇਖੋ, ਸਭ ਤੋਂ ਪਹਿਲੇ ਤੇ ਉਸ ਰੱਬ ਦੀ ਕਿਰਪਾ ਹੋਣੀ, ਨਜ਼ਰ ਹੋਣੀ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾ ਤੁਸੀਂ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਓ, ਕੁਝ ਨਹੀਂ ਹੋਏਗਾ। ਤੇ ਇਹ ਤੇ ਪ੍ਰਾਈਮ ਰਿਕੁਆਇਰਮੈਂਟ ਹੈ ਕਿਸੇ ਵੀ ਹਾਲਾਤ ਲਈ, ਕਿ ਜਦ ਤੱਕ ਗੁਰੂ ਸਾਹਿਬ ਦੀ ਨਜ਼ਰ ਨਹੀਂ ਹੈ ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਦੂਜੀ ਰਿਸਪੌਂਸਿਬਿਲਟੀ ਮੈਂ ਬੱਚਿਆਂ ਨਾਲੋਂ ਘੱਟ ਵੱਧ ਮਾਪਿਆਂ ਦੀ ਕਹਿੰਦੀ ਆ ਕਿ ਜਿਵੇਂ ਮੈਂ ਆਪਣੀ ਜਨਰੇਸ਼ਨ ਦੀ ਗੱਲ ਕਰਾਂ ਤੇ ਜਿਹੜੇ ਸਾਡੇ ਤੋਂ ਪਹਿਲਾਂ ਜਿਹੜੀ ਜਨਰੇਸ਼ਨ ਸੀ ਉਹ ਇਸ ਲੈਵਲ ਤੋਂ ਇਸ ਲੈਵਲ ਤੱਕ ਆਏ। ਸਾਡੇ ਜਿਹੜੇ ਪੇਰੈਂਟਸ ਦੀ ਜਨਰੇਸ਼ਨ ਹੈ, ਉਹਨਾਂ ਦਾ ਫੋਕਸ ਨਾ ਮੈਂ ਦੇਖਿਆ ਕਿ ਉਸ ਸਮੇਂ ਈਵਨ ਅਸੀਂ ਵੰਡ ਦੀ ਗੱਲ ਕਰ ਲਈਏ, ਉਦੋਂ ਵੀ ਸਾਡੇ ਜਿਵੇਂ ਦਾਦੀਆਂ ਦੀ ਜਨਰੇਸ਼ਨ ਸੀ, ਉਹ ਇੱਥੇ ਆਏ, ਉਹਨਾਂ ਦਾ ਫੋਕਸ ਸੀਗਾ ਕਿ ਅਸੀਂ ਆਪਣੀ ਜ਼ਿੰਦਗੀ ਸੁਧਾਰਨੀ ਹੈ, ਸਿਰ ਤੇ ਛੱਤ ਹੋਣੀ ਚਾਹੀਦੀ ਹੈ, ਪਲੇਟ 'ਚ ਖਾਣਾ ਹੋਣਾ ਚਾਹੀਦਾ ਹੈ ਨਾ, ਤੇ ਥੋੜੇ ਪੈਸੇ ਹੋਣੇ ਚਾਹੀਦੇ ਆ ਖਰਚਣ ਨੂੰ। ਉਹਨਾਂ ਦਾ ਫੋਕਸ ਕਿਉਂਕਿ ਇਸ ਪਾਸੇ ਸੀ, ਉਹ ਧਰਮ ਵਾਲਾ ਪਾਸਾ ਥੋੜਾ ਛੁੱਟ ਗਿਆ, ਲੈਂਗੁਏਜ ਵਾਲਾ ਪਾਸਾ ਥੋੜਾ ਛੁੱਟ ਗਿਆ। ਤੇ ਉਸ ਚੱਕਰ 'ਚ ਜਿਹੜੀ ਸਾਡੀ ਪੇਰੈਂਟਸ ਦੀ ਜਨਰੇਸ਼ਨ ਆਈ, ਉਹ ਵੀ ਉਹਦੇ ਨਾਲੋਂ ਥੋੜਾ ਜਿਹਾ ਦੂਰ ਆਲਰੇਡੀ ਹੋ ਚੁੱਕੇ ਸਨ। ਹੁਣ ਜਿਹੜਾ ਆਲਰੇਡੀ ਦੂਰ ਹੋ ਚੁੱਕਿਆ ਹੈ, ਉਹ ਆਪਣੇ ਬੱਚਿਆਂ ਨੂੰ ਕਿੰਨੀ ਕੁ ਹਨਾ, ਉਹਨਾਂ ਨੂੰ ਵੀ ਲੱਗਦਾ ਕਿ ਜੇ ਸਾਡੇ ਪੇਰੈਂਟਸ ਦਾ ਫੋਕਸ ਉੱਤੇ ਸੀ, ਸਾਡਾ ਵੀ ਉੱਥੇ ਹੀ ਹੋਣਾ ਚਾਹੀਦਾ। ਤਾਂ ਉਹ ਫਿਰ ਜਿਵੇਂ ਬੱਚਿਆਂ ਨੂੰ ਪੜ੍ਹਾਈ ਕਰੋ, ਪੜ੍ਹਾਈ ਕਰੋ, ਪੜ੍ਹਾਈ ਕਰੋ, ਤੁਸੀਂ ਕੁਝ ਬਣਨਾ ਹੈ, ਤੁਸੀਂ ਇਹ ਕਰਨਾ, ਉਹ ਕਰਨਾ, ਪਰ ਉਹਦੇ ਵਿੱਚ ਜਿਹੜਾ ਨਾ ਉਹ ਧਰਮ ਵਾਲਾ ਪਾਸਾ ਛੁੱਟ ਜਾਂਦਾ। ਤਾਂ ਜਿਨ੍ਹਾਂ ਕਿਨਾਂ ਨੇ ਤਾਂ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀ ਰੱਖਿਆ ਸ਼ੁਰੂ ਤੋਂ, ਉਹਨਾਂ ਦੇ ਬੱਚੇ ਅੱਜ ਵੀ ਧਰਮ ਨਾਲ ਜੁੜੇ ਹੋਏ ਆ, ਇਹ ਇੱਕ ਗਾਰੰਟੀ ਹੈ। ਪਰ ਇਹਦੇ ਵਿੱਚ ਸ਼ੁਰੂ ਤੋਂ ਫੋਕਸ ਹੋਣਾ ਬੜਾ ਜ਼ਰੂਰੀ ਹੈ। ਬਾਕੀ ਜਿਵੇਂ ਕਿਹਾ ਵੀ ਗੁਰੂ ਦੀ ਨਜ਼ਰ ਜਦੋਂ ਹੋ ਜਾਏ ਉਦੋਂ ਹੋ ਜਾਏ, ਤੇ ਉਹ ਤਾਂ ਭਾਵੇਂ ਸਾਰੀ ਉਮਰ ਬੰਦੇ ਨੇ ਰੱਬ ਦੇ ਘਰ ਦਾ ਮੂੰਹ ਨਾ ਦੇਖਿਆ ਹੋਵੇ, ਉਹ ਵੀ ਜਾ ਕੇ ਉੱਥੇ ਜਿਹੜਾ ਸ਼ਰਧਾ ਨਾਲ ਬਹਿ ਜਾਂਦਾ ਹੈ, ਤੇ ਉਹ ਤਾਂ ਪ੍ਰਾਈਮ ਰਿਕੁਆਇਰਮੈਂਟ ਹੈ ਹੀ ਹੈ। ਪਰ ਇਹ ਦੋ ਫੈਕਟਰਸ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਸ਼ੇਪ ਕਰਦੇ ਆ। ਤੇ ਤੀਸਰਾ ਹੈਗਾ ਕਿ ਤੁਸੀਂ ਜਦੋਂ ਆਪਣੇ ਉਹ ਰਿਲੇਟਡ ਹੈ ਨਾ, ਆਪਣੇ ਬੱਚਿਆਂ ਦੀ ਪਰਵਰਿਸ਼ ਤੁਸੀਂ ਕੀਤੀ ਹੈ, ਤਾਂ ਕਿੰਨਾ ਕੁ ਤੁਸੀਂ ਰੱਬ ਦਾ ਪਿਆਰ ਉਹਦੇ ਵਿੱਚ ਭਰਿਆ ਹੈ ਕਿ ਉਹ ਹਰ ਚੀਜ਼ ਨੂੰ ਛੱਡ ਕੇ ਉਹਦੇ ਵਾਸਤੇ ਰੱਬ ਦਾ ਪਿਆਰ ਸਭ ਤੋਂ ਜ਼ਿਆਦਾ ਜ਼ਰੂਰੀ ਹੋਵੇ। ਇਹ ਤੁਹਾਡੇ ਉੱਤੇ ਮਤਲਬ ਰਿਸਪੌਂਸਿਬਿਲਿਟੀ ਹੈ, ਤੇ ਉਹ ਤੁਹਾਡੀ ਰਿਸਪੌਂਸਿਬਿਲਿਟੀ ਹੋਣ ਕਰਕੇ ਤੁਸੀਂ ਉਹਨੂੰ ਕਿਸ ਤਰ੍ਹਾਂ ਨਿਭਾਇਆ। ਫਿਰ ਤੁਸੀਂ ਕੱਲ ਇਹ ਨਹੀਂ ਕਹਿ ਸਕਦੇ ਕਿ ਸਾਡਾ ਬੱਚਾ ਨਹੀਂ ਸੁਣਦਾ। ਤੁਸੀਂ ਉਹਨੂੰ ਸ਼ੁਰੂ ਤੋਂ ਕੀ ਦੱਸਿਆ, ਜੇ ਨਹੀਂ ਦੱਸਿਆ ਤੇ ਕੱਲ ਨੂੰ ਧਰਮ ਤੋਂ ਬੇਮੁਖ ਹੋ ਜਾਏ, ਤੇ ਫਿਰ ਉਹਦੇ 'ਚ ਬੱਚੇ ਦਾ ਕਸੂਰ ਘੱਟ ਬੰਦੀ ਆ ਮੈਂ, ਤੇ ਮਾਪਿਓ ਦਾ ਕਸੂਰ ਵੀ ਨਹੀਂ ਹੈ ਐਕਚੁਅਲੀ। ਇਹ ਤੇ ਜੋ ਲਿਖਿਆ ਉਹ ਤਾਂ ਹੋਣਾ ਹੀ ਹੈ, ਇਹਦੇ ਵਿੱਚ ਵੀ ਕੋਈ ਭਲਾਈ ਹੁੰਦਾ ਹੈ, ਪਰ ਜਿਹੜਾ ਰੋਲ ਮੈਂ ਕਹਾਂਗੀ ਉਹ ਮਾਂ-ਬਾਪ ਦਾ ਹੁੰਦਾ ਹੈ। ਅੱਛਾ, ਮੈਂ ਇਹ ਚੀਜ਼ ਜਾਣਨਾ ਚਾਹ ਰਿਹਾ ਸੀਗਾ, ਜਿੱਦਾਂ ਸਾਡੇ ਮੁਸਲਿਮਿਜ਼ਮ ਦੇ ਵਿੱਚ ਹੀ ਮੁਖਤਲਿਫ ਸੈਕਟਸ ਨੇ, ਔਰ ਹਰ ਸੈਕਟਸ ਜਿਹੜਾ ਵਾ ਇਹ ਆਪਣੇ ਬਾਰੇ 'ਚ ਜ਼ਿਆਦਾ ਵਸੂਕ ਨਾਲ ਗੱਲ ਕਰਦਾ ਔਰ ਦੂਜੇ ਨੂੰ ਇੱਕ ਤਰ੍ਹਾਂ ਝੂਠਾ ਜਾਂ ਨੀਚਾ ਦਿਖਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਸਿੱਖਇਜ਼ਮ ਦੇ ਵਿੱਚ ਵੀ ਜ਼ਾਹਰ ਗੁਰੂਆਂ ਦੇ ਮੁਖਤਲਿਫ ਗਿਆਨ ਸੀ, ਜਿਵੇਂ ਕਿ ਤੁਸੀਂ ਦੱਸਿਆ ਪਹਿਲੇ ਵੀ ਕਿ ਗੁਰੂ ਗੋਬਿੰਦ ਸਾਹਿਬ ਦੇ 52 ਉਹਨਾਂ ਦੇ ਫਰਮਾਨ ਸੀਗੇ, ਜਿਨ੍ਹਾਂ ਉੱਤੇ ਤੁਸੀਂ ਆਪਣਾ ਕਰਦੇ ਹੋ ਜਾਂ ਉਹਨਾਂ ਤੇ ਕੋਸ਼ਿਸ਼ ਕਰਦੇ ਹੋ ਉਹ ਸਿੱਖਣ ਦੀ। ਤੁਹਾਡੇ ਹਾਂ ਇਤਿਹਾਸ ਕਿਆ ਉਨੀ ਸੱਚਾਈ ਔਰ ਪੂਰੀ ਦਿਆਨਤਦਾਰੀ ਨਾਲ ਜਿਹੜੇ ਗਿਆਨੀ ਸਾਹਿਬ ਨੇ ਜਾਂ ਇਤਿਹਾਸ ਦੱਸਣ ਵਾਲੇ, ਉਹ ਪੂਰੀ ਇਮਾਨਦਾਰੀ ਨਾਲ ਦੱਸ ਰਹੇ ਨੇ, ਜਾਂ ਉਹਦੇ ਵਿੱਚ ਵੀ ਉਹਨਾਂ ਨੇ ਆਪਣੀ ਸਹੂਲੀਅਤ ਜਿੱਦਾਂ ਕਿ ਦੀਗਰ ਮਜ਼ਾਹਬ ਦੇ ਵਿੱਚ ਵੀ ਲੋਕਾਂ ਨੇ ਆਪਣਾ ਪਾਈ ਹੋਈ ਹੈ? ਤੁਹਾਡੇ ਹਾਂ ਇਹ ਕੀ ਤਰੀਕਾ ਕਾਰ ਹੈ? ਦੇਖੋ, ਗੱਲ ਏਦਾਂ ਹੈ ਕਿ ਇਸਲਾਮ ਦੇ ਬਾਰੇ ਤੇ ਮੈਂ ਨਹੀਂ ਕਹਾਂਗੀ, ਪਰ ਹਾਂ ਸਿੱਖੀਜ਼ਮ ਵਿੱਚ ਏਦਾਂ ਹੈ ਕਿ ਸਿੱਖੀ ਵਿੱਚ ਉਹਨੂੰ
ਸ਼ੁਰੂ ਕਰਨ ਦਾ ਜਿਹੜਾ ਮਕਸਦ ਸੀ ਗੁਰੂ ਸਾਹਿਬਾਨ ਦਾ, ਉਹ ਇਹ ਸੀ ਕਿ ਕੋਈ ਵਖਰੇਵਾ ਨਹੀਂ ਹੋਣਾ ਚਾਹੀਦਾ, ਇੱਕ ਰੱਬ ਹੈ ਤੇ ਸਾਰੇ ਉਹਨੂੰ ਮੰਨਣਗੇ, ਹਨਾ। ਜਿੰਨੇ ਲਿਬਰਲ ਉਹ ਸੀਗੇ ਉਹਨੇ ਲਿਬਰਲ ਅਸੀਂ ਵੀ ਨਹੀਂ ਹੈਗੇ, ਮੈਂ ਇਹ ਮੰਨਦੀ ਹਾਂ, ਜਦੋਂ ਅਸੀਂ ਧਰਮ ਫੋਲੋ ਕਰਨ ਤੇ ਆਉਂਦੇ ਹਾਂ। ਤੇ ਗੁਰੂ ਸਾਹਿਬਾਨ ਨੇ ਤਾਂ ਵੈਲਕਮ ਟੂ ਆਲ ਕਿਹਾ ਸੀ, ਭਾਵੇਂ ਹੁਣ ਭਾਈ ਮਰਦਾਨਾ ਸੀ, ਭਾਈ ਮਰਦਾਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਹ ਇਸਲਾਮ ਨੂੰ ਫੋਲੋ ਕਰ ਰਹੇ ਸਨ, ਪਰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਇਸਲਾਮ ਛੱਡੇਗਾ ਤੇ ਤੂੰ ਗੁਰੂ ਦਾ ਸਿੱਖ ਬਣੇਗਾ। ਉਹਨਾਂ ਨੂੰ ਗੁਰੂ ਸਾਹਿਬ ਦੇ ਪਹਿਲੇ ਸਿੱਖਾਂ ਵਿੱਚੋਂ ਕਿਹਾ ਜਾਂਦਾ ਹੈ ਨਾ। ਤੇ ਗੁਰੂ ਸਾਹਿਬ ਤੇ ਇੰਨੇ ਵੈਲਕਮਿੰਗ ਸੀਗੇ। ਬਾਕੀ ਜਿੱਥੋਂ ਤੱਕ ਸੈਕਟਸ ਦੀ ਗੱਲ ਆਉਂਦੀ ਹੈ, ਆਈ ਡੋਂਟ ਥਿੰਕ ਦੇयर ਵਾਸ ਸਪੋਜ਼ਡ ਟੂ ਬੀ ਐਨੀ ਸੈਕਟ ਇਨ ਸਿੱਖੀਜ਼ਮ। ਸਿੱਖੀ ਵਿੱਚ ਸਾਰੇ ਬਰਾਬਰ ਸਨ ਤੇ ਸਾਰੇ ਇੱਕੋ ਰੱਬ ਨੂੰ ਫੋਲੋ ਕਰਨ ਵਾਲੇ ਸੀ। ਉਹਦੇ ਵਿੱਚ ਸੈਕਟ ਦਾ ਨਾਮ ਹੈ ਨਹੀਂ ਸੀ, ਮੈਨੂੰ ਤਾਂ ਨਹੀਂ ਲੱਗਦਾ, ਜਿੰਨੀ ਮੇਰੀ ਸਮਝ ਹੈ, ਮੈਂ ਗਲਤ ਹੋ ਸਕਦੀ ਹਾਂ, ਪਰ ਮੇਰੀ ਪਰਸੈਪਸ਼ਨ ਦੇ ਮੁਤਾਬਕ ਜਾਂ ਮੇਰੀ ਜਿੰਨਾ ਵੀ ਮੈਂ ਦੇਖਿਆ, ਆਬਜ਼ਰਵ ਕੀਤਾ, ਪੜ੍ਹਿਆ, ਸੁਣਿਆ, ਉਹਦੇ ਹਿਸਾਬ ਨਾਲ ਇਹ ਤੇ ਵਖਰੇਵਿਆਂ ਨੂੰ ਖਤਮ ਕਰਨ ਵਾਸਤੇ ਧਰਮ ਆਇਆ ਸੀ। ਤੇ ਜੇ ਅੱਜ ਅਸੀਂ ਇਹਦੇ ਵਿੱਚ ਵੀ ਵਖਰੇਵੇਂ ਬਣਾ ਲਏ ਨੇ ਤੇ ਉਹ ਸਾਡੀ ਗਲਤੀ ਹੈ, ਗੁਰੂ ਸਾਹਿਬਾਨਾਂ ਦੇ ਜਿਹਨੂੰ ਕਹਿੰਦੇ ਆ ਉਪਦੇਸ਼ਾਂ 'ਚ ਕੋਈ ਗਲਤੀ ਨਹੀਂ ਹੈਗੀ ਹੈ। ਉਹ ਸਾਡੀ ਗਲਤੀ ਹੈ ਕਿ ਅਸੀਂ ਦੂਜੀ ਜਾਤੀ ਪ੍ਰਥਾ ਨੂੰ ਹਾਵੀ ਹੋਣ ਦਿੱਤਾ, ਤਾਂ ਸਾਡੇ ਹੁਣ ਗੁਰਦੁਆਰੇ ਵੀ ਵੱਖਰੇ ਹੋ ਗਏ ਧਰਮਾਂ ਦੇ, ਸੌਰੀ ਜਾਤਾਂ ਦੇ, ਹਨਾ। ਇਹ ਜੱਟਾਂ ਦਾ ਗੁਰਦੁਆਰਾ ਹੈ, ਭਾਪਿਆਂ ਦਾ ਗੁਰਦੁਆਰਾ ਹੈ, ਏਦਾਂ ਓਦਾਂ। ਗੁਰੂ ਸਾਹਿਬ ਨੇ ਤਾਂ ਨਹੀਂ ਕਿਹਾ ਸੀ ਕਿ ਵੱਖਰੇ ਵੱਖਰੇ ਗੁਰਦੁਆਰੇ ਬਣਾਓ, ਤੇ ਫਿਰ ਇਹ ਤਾਂ ਸਾਡੀ ਗਲਤੀ ਹੈ ਨਾ। ਅੱਜ ਅਸੀਂ ਕਹਿ ਦਾਂਗੇ ਵੀ ਇਹ ਸਾਡੀ ਇਹ ਪਰੰਪਰਾ ਹੈ, ਉਹ ਪਰੰਪਰਾ ਹੈ, ਏਦਾਂ ਹੈ, ਓਦਾਂ ਹੈ, ਅਸੀਂ ਫਲਾਣੇ ਜੱਥੇ ਨੂੰ ਬਿਲੋਂਗ ਕਰਦੇ, ਅਸੀਂ ਫਲਾਣੇ ਸੈਕਟ ਨੂੰ ਬਿਲੋਂਗ ਕਰਦੇ ਆ। ਇਹ ਸਭ ਜਿਹੜਾ ਨਾ ਸਾਡੇ ਹਰ ਕਿਸੇ ਵੀ ਧਰਮ ਨੂੰ ਕਮਜ਼ੋਰ ਕਰਨ ਵਾਸਤੇ ਬਹੁਤ ਵੱਡੇ ਹਥਿਆਰ ਹੁੰਦੇ ਨੇ। ਤੇ ਅਸੀਂ ਜੇ ਇਹਨਾਂ ਨੂੰ ਆਪਣੇ ਧਰਮ ਵਿੱਚ ਆਣ ਦਿੱਤਾ ਤੇ ਸਾਡਾ ਆਪਣਾ ਖੋਖਲਾਪਨ ਹੈ। ਮੈਂ ਤਾਂ ਕਿਸੇ ਹੋਰ ਨੂੰ ਬਲੇਮ ਹੀ ਨਹੀਂ ਕਰਦੀ। ਅੱਜ ਅਸੀਂ ਭਾਵੇਂ ਜੋ ਮਰਜ਼ੀ ਕਹਿ ਲਈਏ ਕਿ ਸਾਨੂੰ ਇਹਨਾਂ ਨੇ ਇਫੈਕਟ ਕੀਤਾ, ਸਾਡੇ ਤੇ ਇਹਨਾਂ ਨੇ ਹਮਲਾ ਕੀਤਾ, ਜੇ ਤੁਸੀਂ ਅੰਦਰੋਂ ਸਟਰੋਂਗ ਹੋ, ਤੁਹਾਡੇ ਤੇ ਜਿੰਨੇ ਮਰਜ਼ੀ ਹਮਲੇ ਹੋ ਜਾਣ, ਤੁਸੀਂ ਵੱਖ ਹੋਏ ਕਿਵੇਂ, ਹੈਨਾ। ਤੇ ਇਹ ਮੈਂ ਨਹੀਂ ਮੰਨਦੀ ਬਿਲਕੁਲ ਵੀ ਕਿ ਸਿੱਖੀ ਵਿੱਚ ਵੀ ਜਿਹੜਾ ਵੱਖਰੇ ਵੱਖਰੇ ਜੱਥੇ ਜਾਂ ਵੱਖਰੇ ਵੱਖਰੇ ਸੈਕਟ ਹੋਣੇ ਸ਼ੁਰੂ ਤੋਂ ਗੁਰੂ ਸਾਹਿਬਾਨਾਂ ਦੇ ਮਨ ਵਿੱਚ ਸੀ ਨਾ। ਗੁਰੂ ਸਾਹਿਬਾਨਾਂ ਨੇ ਤਾਂ ਕਿਹਾ ਸੀ ਕਿ ਸਾਰੇ, ਜਿਵੇਂ ਉਹਨਾਂ ਨੇ ਕਿਹਾ ਨਾ ਕਿ ਮਾਨਸ ਕੀ ਜਾਤ ਸਦਾ ਇੱਕ ਹੈ ਪਹਿਚਾਨ ਕੋ, ਜਿਹੜੇ ਮਾਨਸ ਦੀ ਜਾਤ ਨੂੰ, ਮਨੁੱਖ ਦੀ ਜਾਤ ਨੂੰ ਇੱਕ ਕਹਿੰਦੇ ਨੇ, ਉਹਨਾਂ ਦੇ ਆਪਣੇ ਧਰਮ ਵਿੱਚ ਕਿਵੇਂ ਹੋ ਸਕਦਾ ਹੈ ਕਿ ਵੱਖਰੀ ਵੱਖਰੀ ਜਾਤਾਂ ਹੋਣ ਜਾਂ ਵੱਖਰੇ ਵੱਖਰੇ ਸੈਕਟ ਹੋਣ। ਮੇਰੇ ਹਿਸਾਬ ਨਾਲ ਤੇ ਨਹੀਂ। ਮੈਂ ਇਸ ਠੀਕ ਹੈ, ਹਰ ਕਿਸੇ ਦਾ ਧਰਮ ਨੂੰ ਨਿਭਾਉਣ ਦਾ ਆਪਣਾ ਇੱਕ ਤਰੀਕਾ ਹੋ ਸਕਦਾ ਹੈ। ਉਹ ਇੱਕ ਗਰੁੱਪ ਹੋ ਸਕਦਾ ਜਿਹੜਾ ਧਰਮ ਨੂੰ ਇੱਕ ਤਰ੍ਹਾਂ ਨਿਭਾਏ, ਪਰ ਉਹਨੂੰ ਇਹ ਕਹਿ ਦੇਣਾ ਵੀ ਇਹ ਠੀਕ ਹੈ ਤੇ ਉਹ ਗਲਤ ਹੈ, ਉਹ ਵੀ ਮੇਰੇ ਹਿਸਾਬ ਨਾਲ ਸਹੀ ਨਹੀਂ ਹੈ। ਬਿਲਕੁਲ ਠੀਕ ਹੋ ਗਿਆ। ਦੂਸਰੇ ਅਸੀਂ ਬਿਲਕੁਲ ਆਖਰੀ ਸਵਾਲ ਤੁਹਾਡੇ ਕੋਲ ਪੁੱਛਾਂਗੇ ਕਿ ਪੀਪਲ ਟੂ ਪੀਪਲ ਅਸੀਂ ਦੇਖਿਆ ਹੈ ਕਿ ਲੋਕਾਂ ਦਾ ਆਪਸ ਵਿੱਚ ਬਹੁਤ ਪ੍ਰੇਮ ਹੈ। ਯਾਨੀ ਅਗਰ ਪੰਜਾਬੀ ਚੜ੍ਹਦੇ ਜਾਂ ਲਹਿੰਦੇ ਪੰਜਾਬ ਦੇ ਆ, ਉਹ ਬਾਬਾ ਗੁਰੂ ਸਾਹਿਬ ਦੀ ਵਜ੍ਹਾ ਤੋਂ ਆਪਸ 'ਚ ਇੱਕ ਰਿਸ਼ਤੇ ਦੇ ਵਿੱਚ ਜੁੜ ਜਾਂਦੇ ਨੇ, ਚਾਹੇ ਕਿਸੇ ਵੀ ਰਿਲੀਜਨ ਨਾਲ, ਜਿਵੇਂ ਕਿ ਭਾਈ ਮਰਦਾਨਾ ਸਾਹਿਬ ਸੀ ਔਰ ਬਾਬਾ ਗੁਰੂ ਨਾਨਕ ਦੇਵ ਜੀ ਸੀ। ਅੱਛਾ, ਪੀਪਲ ਟੂ ਪੀਪਲ ਤੁਸੀਂ ਉੱਥੇ ਮੋਹਾਲੀ 'ਚ ਜਾਂ ਅੰਮ੍ਰਿਤਸਰ 'ਚ ਜਾਂ ਪੰਜਾਬ ਦੇ ਦੀਗਰ ਇਲਾਕਿਆਂ 'ਚ ਟੂਵਰਡ ਪਾਕਿਸਤਾਨੀ ਪੰਜਾਬ ਕਿਸ ਤਰ੍ਹਾਂ ਦਾ ਇੱਕ ਆਈਡੀਓਲੋਜੀ ਹੈ? ਲੋਕ ਕੀ ਸੋਚਦੇ ਨੇ ਸਾਡੇ ਬਾਰੇ 'ਚ ਜਾਂ ਸਾਡੇ ਗੁਰੂਆਂ ਦੀ ਧਰਤੀ ਦੇ ਬਾਰੇ 'ਚ? ਉਹਨਾਂ ਦੇ ਕੀ ਤਸਵੁਰਾਤ ਕੀ ਹੁੰਦੇ? ਜ਼ਾਹਰਾ ਮਿਲਦੇ ਨਹੀਂ ਹੈ ਤੇ ਜੋ ਮੀਡੀਆ ਪਰਸੈਪਸ਼ਨ ਡਿਵੈਲਪ ਕਰਦਾ ਹੈ, ਲੋਕ ਉਹਨਾਂ ਤਰਫ ਚਲੇ ਜਾਂਦੇ ਆ। ਵਾਟ ਡੂ ਯੂ ਥਿੰਕ ਕਿ ਉੱਥੇ ਕੀ ਤਰੀਕੇਕਾਰ ਹੈ? ਇਸ ਤਰ੍ਹਾਂ ਹੈ ਕਿ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਫਿਰ ਤਾਂ ਗੱਲ ਬੜੀ ਵੱਖਰੀ ਹੈ, ਕਿਉਂਕਿ ਜਿਵੇਂ ਤੁਸੀਂ ਕਿਹਾ ਮੀਡੀਆ ਜਿਹੜੀ ਪਰਸੈਪਸ਼ਨ ਅੱਜ ਦੀ ਸਪੈਸ਼ਲੀ ਹੁਣ ਜਿਹੜੀ ਪਰਸੈਪਸ਼ਨ ਦਿੱਤੀ ਜਾਂਦੀ ਹੈ ਕਿ ਇਹ ਦੁਸ਼ਮਣ ਦੇਸ਼ ਹੈ, ਤੇ ਉਹਦੇ ਵੀ ਦੋ ਸੈਕਟ ਨੇ। ਇੱਕ ਤਾਂ ਜਿਵੇਂ ਪੰਜਾਬੀ ਹੋ ਗਏ ਜਿਨ੍ਹਾਂ ਨੇ ਵੰਡ ਨੂੰ ਅੱਖੀਂ ਦੇਖਿਆ ਤੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਤੇ ਤੁਸੀਂ ਸੇਮ ਆ, ਹੈਨਾ। ਤੇ ਇੱਕ ਤਾਂ ਉਹ ਸੈਕਸ਼ਨ ਹੈ। ਦੂਜਾ ਸੈਕਸ਼ਨ ਹੈ ਜਿਨ੍ਹਾਂ ਨੇ ਵੰਡ ਨੂੰ ਦੇਖਿਆ ਨਹੀਂ ਹੈ, ਹੈਨਾ। ਉਹ ਜਿਵੇਂ ਕਿ ਸੈਂਟਰਲ ਇੰਡੀਆ ਸਮਝ ਲਓ ਜਾਂ ਸਾਊਥ ਆਫ ਇੰਡੀਆ ਸਮਝ ਲਓ, ਤੇ ਉਹਨਾਂ ਨੇ ਵੰਡ ਨੂੰ ਨਹੀਂ ਦੇਖਿਆ, ਉਹਨਾਂ ਨੇ ਸਿਰਫ ਆਜ਼ਾਦੀ ਨੂੰ ਦੇਖਿਆ। ਤੇ ਉਹਨਾਂ ਨੂੰ ਵੰਡ ਦੀ ਤਰਾਸਦੀ ਨਹੀਂ ਪਤਾ, ਉਹਨਾਂ ਨੂੰ ਵੰਡ ਦਾ ਦਰਦ ਨਹੀਂ ਪਤਾ, ਉਹਨਾਂ ਨੂੰ ਵਿਛੋੜੇ ਦਾ ਦਰਦ ਨਹੀਂ ਪਤਾ ਜਿਹੜਾ ਸਾਨੂੰ ਪਤਾ ਹੈ। ਤੇ ਉਹਨਾਂ ਵਾਸਤੇ ਜਿਹੜਾ ਨਾ ਉਹ ਪੜੋਸੀ ਦੇਸ਼ ਹੈ, ਉਹ ਦੁਸ਼ਮਣ ਦੇਸ਼ ਹੈ। ਤੇ ਤੁਸੀਂ ਮੰਨੋਗੇ ਨਹੀਂ ਕਿ ਇਸ ਗੱਲ ਤੇ ਸਾਡੀ ਉਹਨਾਂ ਨਾਲ ਕਿੰਨੀ ਬਹਿਸ ਹੁੰਦੀ ਹੈ। ਤੇ ਉਹ ਸਾਨੂੰ ਕਹਿੰਦੇ ਨੇ ਕਿ ਤੁਸੀਂ ਗਲਤ ਹੋ ਜੇ ਤੁਸੀਂ ਉਸ ਦੇਸ਼ ਬਾਰੇ ਜਾਂ ਉਹ ਦੇਸ਼ ਵਾਸੀਆਂ ਬਾਰੇ ਵਧੀਆ ਚੰਗਾ ਵੀ ਬੋਲਦੇ ਤੇ ਤੁਸੀਂ ਮਾੜੇ ਹੋ, ਤੁਸੀਂ ਦੇਸ਼ ਧਰੋਹੀ ਹੋ, ਇਹ ਸਾਨੂੰ ਕਿਹਾ ਜਾਂਦਾ ਹੈ ਅੱਜ ਕੱਲ੍ਹ। ਤੇ
ਉਹਦੇ ਨਾਲ ਫਰਕ ਨਹੀਂ ਪੈਂਦਾ। ਤੇ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਨੇ, ਜਿਹੜੇ ਕਿ ਹਨਾ, ਇੱਕ ਹੈਗੇ ਆ ਜਿਨ੍ਹਾਂ ਨੇ ਵੰਡ ਨੂੰ ਦੇਖਿਆ, ਤੇ ਇੱਕ ਹੈਗੇ ਜਿਹੜੇ ਪਹਿਲਾਂ ਹੀ ਇੱਥੇ ਵਸਦੇ ਸਨ। ਜਿਹੜੇ ਤੇ ਪਹਿਲਾਂ ਇੱਥੇ ਵਸਦੇ ਸਨ ਉਹਨਾਂ ਦੇ ਮਨ ਵਿੱਚ ਵੰਡ ਨੂੰ ਲੈ ਕੇ ਸੈਂਸਿਟੀਵਿਟੀ ਨਹੀਂ ਹੈ। ਤੇ ਉਹ ਅੱਜ ਵੀ ਤੁਸੀਂ ਪਿੰਡਾਂ ਵਿੱਚ ਜਾਓਗੇ ਤੇ ਮੈਨੂੰ ਜਿਵੇਂ ਇਹ 2 ਸਾਲ ਪਹਿਲੇ ਦੀ ਗੱਲ ਹੈ, 2 ਜਾਂ 3 ਸਾਲ ਪਹਿਲੇ ਮੈਨੂੰ ਕਿਸੇ ਨੇ ਦੱਸਿਆ ਕਿ ਅਸੀਂ ਵੀ ਉੱਥੋਂ ਆਏ ਸਾਂ ਤੇ ਇਹ ਫਲਾਣੇ ਪਿੰਡ 'ਚ ਅਸੀਂ ਵਸਿਆ, ਪਟਿਆਲੇ ਨੇੜੇ ਕਿਸੇ ਪਿੰਡ ਦੇ, ਤੇ ਕਹਿੰਦੇ ਸਾਡਾ ਤਾਂ ਘਰ ਅੱਜ ਵੀ ਰਿਫਿਊਜੀਆਂ ਦਾ ਘਰ ਵੱਜਦਾ ਹੈ। ਤੇ ਮੈਂ ਸੋਚਾਂ ਵੀ ਉਹਨਾਂ ਨੇ 3 ਜਨਰੇਸ਼ਨਸ ਇੱਥੇ ਗੁਜ਼ਾਰ ਦਿੱਤੀਆਂ, ਇਹ ਤੀਜੀ ਜਨਰੇਸ਼ਨ ਹੈ ਜਿਹੜੀ ਇੱਥੇ ਰਹਿ ਰਹੀ ਹੈ ਨਾ, 2 ਇੱਥੇ ਹੀ ਪੈਦਾ ਹੋਈਆਂ। ਅੱਜ ਵੀ ਇੰਨੀ 2 ਜਨਰੇਸ਼ਨਸ ਤੋਂ ਬਾਅਦ ਵੀ ਜੇ ਉਹ ਰਿਫਿਊਜੀ ਹੀ ਨੇ ਤਾਂ it shows how much acceptance there is in the natives minds, ਹੈ ਨਾ, ਜਿਹੜੇ ਪਹਿਲਾਂ ਹੀ ਇੱਥੇ ਰਹਿ ਰਹੇ ਉਹਨਾਂ ਵਾਸਤੇ ਅੱਜ ਵੀ ਉਹ ਬਾਹਰਲੇ ਹੀ ਨੇ ਇੰਨੀ ਜਨਰੇਸ਼ਨਸ ਤੋਂ ਬਾਅਦ ਵੀ। ਤੇ ਉਹ ਇਹ ਸਿਰਫ ਇਸ ਤਰ੍ਹਾਂ ਨਹੀਂ ਹੈ ਕਿ ਪਾਕਿਸਤਾਨ ਦੀ ਪਰਸੈਪਸ਼ਨ ਕਿਸ ਤਰ੍ਹਾਂ ਦੀ ਹੈ, ਇਹ ਸਾਡੀ ਵੀ ਪਰਸੈਪਸ਼ਨ ਇਦਾਂ ਹੀ ਹੈ। ਸਾਡੇ ਬਾਰੇ ਵੀ ਇਦਾਂ ਹੀ ਕਿਹਾ ਜਾਂਦਾ, ਜਿਵੇਂ ਸਾਨੂੰ ਤਾਨਾ ਦਿੱਤਾ ਜਾਂਦਾ ਸੀ ਸ਼ੁਰੂ ਤੋਂ ਕਿ ਤੁਹਾਡਾ ਤਾਂ ਪਿੰਡ ਕੋਈ ਨਹੀਂ ਹੈ। ਹੁਣ ਕੋਈ ਉਹਨਾਂ ਨੂੰ ਕਹੇ ਕਿ ਸਾਡਾ ਪਿੰਡ ਹੈ ਸੀ ਪਰ ਸਾਡੇ ਤੋਂ ਖੋਹ ਲਿਆ ਗਿਆ, ਹੈਨਾ, ਤੇ ਉਹ ਸਾਡੇ ਘਰ ਦੇ ਆ ਕੇ, ਸਾਡੇ ਵਡੇਰੇ ਆ ਕੇ ਸ਼ਹਿਰ 'ਚ ਵਸ ਗਏ ਤਾਂ ਅਸੀਂ ਸ਼ਹਿਰੀ ਹੋ ਗਏ, ਹੈਨਾ। ਇਹ ਤਾਂ ਨਹੀਂ ਕਿ ਸਾਡਾ ਪਿੰਡ ਨਹੀਂ ਸੀ ਕੋਈ, ਅਸੀਂ ਜਾ ਨਹੀਂ ਸਕਦੇ ਉੱਥੇ, ਹੈਨਾ। ਫਿਰ ਜਿਵੇਂ ਇਹ ਇੰਡੀਅਨ ਪੰਜਾਬ ਦੇ ਕੁਝ ਟਿਪੀਕਲ ਖਾਣੇ, ਸਬਜ਼ੀਆਂ ਵਗੈਰਾ ਨੇ ਜੋ ਸਾਡੇ ਖਾਣਿਆਂ 'ਚ ਨਹੀਂ ਹੈਗੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦੀ ਹਾਂ, ਮੇਰੇ ਦਿਮਾਗ 'ਚੋਂ ਨਹੀਂ ਜਾਂਦੀ ਉਹ ਗੱਲ। ਇੱਕ ਫਲ ਹੈਗਾ ਚਿੱਬੜ। ਚਿੱਬੜ ਹਾਂ, ਤੇ ਉਹ ਹੁਣ ਸਾਡੇ ਖਾਣੇ 'ਚ ਨਹੀਂ ਹੈ ਕਿਉਂਕਿ ਜਾਂ ਨਾ ਤਾਂ ਉਹ ਪਿੰਡੀ ਦੇ ਖਾਣੇ ਵਿੱਚ ਐਗਜ਼ਿਸਟ ਕਰਦਾ ਜਿੱਥੋਂ ਮੇਰੇ ਨਾਨਕੇ ਨੇ, ਤੇ ਨਾ ਉਹ ਜਿਵੇਂ ਰਾਵੀ ਕੇ ਖਾਣਿਆਂ ਵਿੱਚ ਐਗਜ਼ਿਸਟ ਕਰਦਾ ਜਿੱਥੋਂ ਮੇਰੇ ਦਾਦਕੇ ਨੇ। ਤੇ ਅਸੀਂ ਕਦੀ ਚਿੱਬੜ ਦਾ ਨਾਮ ਨਹੀਂ ਸੀ ਸੁਣਿਆ ਕਿ ਕੀ ਹੁੰਦਾ। ਤੇ ਇਸ ਤਰ੍ਹਾਂ ਹੀ ਮੈਂ ਕਿਤੇ ਨੌਕਰੀ ਕਰਦੀ ਸਾਂ, ਉੱਥੇ ਸਾਰੇ ਪੰਜਾਬੀ ਸੀਗੇ ਨਾ, ਪੰਜਾਬ ਦੇ ਵੱਖਰੇ ਵੱਖਰੇ ਹਿੱਸਿਆਂ ਤੋਂ ਆਏ ਹੋਏ, ਔਰ ਕਿਸੇ ਨੇ ਚਿੱਬੜ ਕਿਹਾ ਤੇ ਮੈਂ ਐਵੇਂ ਪੁੱਛ ਲਿਆ ਕਿ ਚਿੱਬੜ ਕੀ ਹੁੰਦਾ, ਤੇ ਮੇਰਾ ਤੇ ਮਜ਼ਾਕ ਬਣ ਗਿਆ, ਤੈਨੂੰ ਚਿੱਬੜ ਨਹੀਂ ਪਤਾ? ਕਿ ਵੀ ਨਹੀਂ ਪਤਾ, ਸਾਡੇ ਕਦੀ ਯੂਜ਼ ਨਹੀਂ ਹੋਇਆ, ਤੇ ਕਿਸ ਤਰ੍ਹਾਂ ਦਾ ਦਿਖਦਾ ਹੈ, ਕਿਸ ਤਰ੍ਹਾਂ ਦਾ ਟੇਸਟ ਕਰਦਾ ਹੈ। ਤੇ ਮੈਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿਸੇ ਨੇ, ਤੇ ਕਿਸੇ ਨੇ ਨਾਲ ਤਾਨਾ ਮਾਰਤਾ ਵੀ ਤੁਸੀਂ ਕਾਹਦੇ ਪੰਜਾਬੀ ਹੋਏ ਤੁਹਾਨੂੰ ਚਿੱਬੜ ਨਹੀਂ ਪਤਾ। ਤੇ ਮੈਨੂੰ ਬੜਾ ਦਰਦ ਹੋਇਆ ਇਸ ਗੱਲ ਦਾ। ਮੈਂ ਕਿਹਾ ਵੀ ਇਸ ਤਰ੍ਹਾਂ ਕਿਵੇਂ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਕਾਹਦੇ ਪੰਜਾਬੀ? ਮੈਂ ਕਿਹਾ ਤੁਹਾਨੂੰ ਪਤਾ ਕਾਂਜੀ ਕੀ ਹੁੰਦਾ? ਉਹਨਾਂ ਨੂੰ ਨਹੀਂ ਸੀ ਪਤਾ, ਹੈਨਾ। ਤੇ ਮੈਂ ਕਿਹਾ ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਕਾਹਦੇ ਪੰਜਾਬੀ ਹੋਏ ਤੁਹਾਨੂੰ ਕਾਂਜੀ ਨਹੀਂ ਪਤਾ, ਕਹਿੰਦੇ ਲੈ ਇਹ ਤੇ ਪੰਜਾਬ ਦੀ ਨਹੀਂ ਹੈ। ਮੈਂ ਕਿਹਾ ਇਹੀ ਤੇ ਗੱਲ ਹੈ, ਤੁਹਾਡੇ ਹਿਸਾਬ ਨਾਲ ਜੋ ਤੁਹਾਡੇ ਘਰ ਬਣਦਾ ਉਹ ਪੰਜਾਬ ਦਾ, ਦੂਜਾ ਪੰਜਾਬ ਦਾ ਨਹੀਂ ਹੈ। ਸਾਡੇ ਘਰ ਹਰ ਗਰਮੀ ਸਰਦੀ ਕਾਂਜੀ ਬਣਨੀ ਹੈ, ਤੇ ਉਹ ਸਾਡੇ ਵਾਸਤੇ ਉਹ ਪੰਜਾਬੀ ਹੈ ਡਿਸ਼, ਹੈਨਾ, ਪੰਜਾਬੀ ਇੱਕ ਡਰਿੰਕ ਹੈ। ਤੇ ਇਹ ਜਿਹੜੇ ਵਿਤਕਰਾ ਸਾਡੇ ਨਾਲ ਅੱਜ ਵੀ ਹੁੰਦਾ ਹੈ, ਈਵਨ ਆਫਟਰ 75 ਇਅਰਸ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ, ਸਾਨੂੰ ਤਾਨੇ ਦਿੱਤੇ ਜਾਂਦੇ ਹੈ ਕਿ ਤੁਸੀਂ ਪਿੰਡਾਂ ਵਾਲਿਆਂ ਨੂੰ ਇਹ ਸਮਝਦੇ ਹੋ ਤੁਸੀਂ ਪਿੰਡਾਂ 'ਚ ਜਾਂਦੇ ਨਹੀਂ, ਤੁਸੀਂ ਆਪਣੀ ਰੂਟਸ ਨਾਲ ਨਹੀਂ ਜੁੜੇ ਹੋਏ। ਪਰ ਸਾਡੀ ਤਰਾਜ਼ਦੀ ਕੋਈ ਨਹੀਂ ਸਮਝ ਸਕਦਾ ਕਿ ਅਸੀਂ ਰੂਟਸ ਨਾਲ ਜੁੜਨਾ ਚਾਹੀਏ ਤਾਂ ਵੀ ਨਹੀਂ ਜੁੜ ਸਕਦੇ ਕਿਉਂਕਿ ਅਸੀਂ ਜਾ ਹੀ ਨਹੀਂ ਸਕਦੇ ਉੱਥੇ, ਹੈਨਾ। ਤੇ ਜਿਵੇਂ ਮੇਰੇ ਦਾਦੀ ਜੀ ਦਾ ਘਰ ਸ਼ੇਖੂਪੁਰੇ ਜੜਾ ਵਾਲਾ ਖੜਾ ਹੈ, ਅੱਜ ਵੀ ਖੜਾ ਹੈ ਉਹ। ਤੇ ਮੇਰਾ ਬ੍ਰਦਰ ਫੋਟੋਗ੍ਰਾਫਰ ਹੈ ਤੇ ਉਹਨੇ ਪਾਕਿਸਤਾਨ ਦੇ ਇੱਕ ਫੋਟੋਗ੍ਰਾਫਰ ਨਾਲ ਉਹਦੀ ਦੋਸਤੀ ਹੋਈ ਤੇ ਗੱਲਬਾਤ ਕੀਤੀ, ਤੇ ਉਹ ਇੰਨਾ ਨੇਕ ਬੰਦਾ ਜਾ ਕੇ ਉੱਥੇ ਨਕਸ਼ੇ ਲੱਭ ਕੇ ਉਹਨੇ ਨਕਸ਼ੇ ਭੇਜੇ ਸਾਨੂੰ। ਫਿਰ ਮੇਰੇ ਦਾਦੀ ਜੀ ਨੇ ਉਦੋਂ ਸੀਗੇ, ਉਹਨਾਂ ਨੇ ਘਰ ਲੋਕੇਟ ਕੀਤਾ ਤੇ ਉਹਨੇ ਜਾ ਕੇ ਫੋਟੋਜ਼ ਖਿੱਚ ਕੇ ਭੇਜੀਆਂ। ਤੇ ਮਤਲਬ ਅਸੀਂ ਉਹਦਾ ਸ਼ੁਕਰ ਨਹੀਂ ਅਦਾ ਕਰ ਸਕਦੇ, ਇਤਨਾ ਸ਼ੁਕਰ ਹੈ ਸਾਨੂੰ ਕਿ ਉਹ ਜਾ ਨਹੀਂ ਸਕੇ ਪਰ ਉਹਨਾਂ ਨੇ ਦੇਖ ਲਿਆ ਆਪਣਾ ਘਰ, ਹੈਨਾ। ਤੇ ਇਹ ਦਰਦ ਜਿਹੜਾ ਮੈਂ ਇੱਕ ਟਰਮ ਹੈਗੀ ਹੈ ਕ੍ਰਾਸ ਜਨਰੇਸ਼ਨਲ ਟਰਾਮਾ। ਤੇ ਮੈਨੂੰ ਇਹ ਲੱਗਦਾ ਹੈ ਕਿ ਜਿਸ ਕਿਸੇ ਵਡੇਰੇ ਨੇ ਆਪਣੀ ਵੰਡ ਦੇ ਟਰਾਮਾ ਨੂੰ ਸ਼ੇਅਰ ਕੀਤਾ, ਉਹਨੇ ਆਪਣਾ ਟਰਾਮਾ ਆਉਣ ਵਾਲੀ ਜਨਰੇਸ਼ਨ ਨਾਲ ਸ਼ੇਅਰ ਕੀਤਾ, ਤੇ ਉਹ ਟਰਾਮਾ ਕੈਰੀ ਔਨ ਕਰਦਾ ਹੈ ਕਿਉਂਕਿ ਸਾਡੇ ਵਿੱਚ ਆਇਡੈਂਟੀਟੀ ਕ੍ਰਾਈਸਿਸ ਹੈ। ਇਸ ਕਰਕੇ ਪੰਜਾਬ ਵਿੱਚ ਵੀ ਦੋ ਪਰਸੈਪਸ਼ਨਸ ਨੇ। ਮੈਂ ਨਹੀਂ ਕਹਾਂਗੀ ਕਿ ਸਾਰੇ ਪੰਜਾਬੀ ਜਿਹੜੇ ਨੇ ਉਹ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਗਿਣਦੇ ਨੇ, ਨਹੀਂ, ਪਰ ਸਪੈਸ਼ਲੀ ਜਿਹੜੇ ਸਿੱਖ ਨੇ ਉਹ ਤਾਂ ਨਹੀਂ ਕਹਿ ਸਕਦੇ ਕਿ ਪਾਕਿਸਤਾਨ ਦੁਸ਼ਮਣ ਦੇਸ਼ ਹੈ ਕਿਉਂਕਿ ਸਾਡੇ ਗੁਰੂਆਂ ਦੀ ਧਰਤੀ ਹੈ ਉਹ, ਹਨਾ, ਅਸੀਂ ਨਹੀਂ ਕਹਿ ਸਕਦੇ। ਤੇ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੇ ਲੋਕ ਜੱਥਿਆਂ ਵਿੱਚ ਜਾਂਦੇ ਨੇ ਉਹ ਕਿੰਨਾ ਖੁਸ਼ ਹੋ ਕੇ ਉੱਥੋਂ ਆਉਂਦੇ ਆ, ਕਿ ਉਹਨਾਂ ਨੂੰ ਇੰਨਾ ਪਿਆਰ ਮਿਲਦਾ, ਇੰਨੀ ਮੁਹੱਬਤ ਮਿਲਦੀ ਹੈ ਉੱਥੋਂ, ਕਿ ਉਹ ਤਾਂ ਕਹਿੰਦੇ ਵੀ ਅਸੀਂ, ਸਾਡੇ ਦਿਮਾਗ 'ਚ ਜੋ ਵੀ ਪਾਇਆ ਗਿਆ ਸੀ ਉਹ ਗਲਤ ਹੈ। ਤੇ ਪਰ ਕੁਝ ਸੈਕਸ਼ਨਸ ਪੰਜਾਬ ਵਿੱਚ ਵੀ ਹੈਗੇ ਆ ਜਿਹੜੇ ਕਿ ਇਸ ਗੱਲ ਤੇ ਡਟੇ ਹੋਏ ਨੇ ਕਿ ਉਹ ਦੁਸ਼ਮਣ ਦੇਸ਼ ਹੈ ਤੇ ਅਸੀਂ ਉਹਨਾਂ ਨਾਲ ਵਾਸਤਾ ਨਹੀਂ ਰੱਖਣਾ। ਪਰ ਇਹਦੇ ਬਾਰੇ ਤੇ ਹੁਣ ਅਸੀਂ ਕੁਝ ਕਰ ਨਹੀਂ ਸਕਦੇ।
ਅਸੀਂ ਤੇ ਆਪਣੇ ਹੀ ਦੇਖ ਸਕਦੇ ਆ। ਬਾਕੀ ਬਾਹਰ ਆ ਕੇ ਤੇ ਸਭ ਪਿਆਰ ਨਾਲ ਰਹਿੰਦੇ ਆ, ਇਹਦੀ ਗਰੰਟੀ ਹੈਗੀ ਹੈ ਜੀ। ਮੇਰਾ ਬ੍ਰਦਰ ਜਿੱਥੇ ਰਹਿੰਦਾ ਉਹਦੇ ਇੱਧਰ ਵੀ ਤੇ ਇੱਧਰ ਵੀ ਪਾਕਿਸਤਾਨੀ ਰਹਿੰਦੇ ਨੇ, ਤੇ ਉਹ ਬੜੇ ਪ੍ਰੇਮ ਨਾਲ ਗੱਲ ਕਰਦੇ ਆ, ਬੁਲਾਉਂਦੇ ਆ, ਮਿਲਦੇ ਜੁਲਦੇ ਨੇ, ਤੇ ਇੰਨਾ ਹੀ ਬਹੁਤ ਹੈ ਮੈਨੂੰ ਲੱਗਦਾ। ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ। ਬਾਹਰ ਬਲਕਿ ਇसी ਮੌਜੂ ਤੇ ਚੱਲ ਮੇਰਾ ਪੁੱਤ ਫਿਲਮ ਬਣੀ ਹੈ, ਅਮਰਿੰਦਰ ਹਾਂਜੀ ਗਿੱਲ ਔਰ ਦੋਨੋਂ ਨੇ ਪ੍ਰੋਡਿਊਸ ਕੀਤੀ ਹੈ, ਯਾ ਔਰ ਇसी ਲੈ ਕੇ ਉਹਨਾਂ ਨੇ ਉਹਦੇ 3 ਪਾਰਟ ਤਿੰਨੋਂ ਹੀ ਸੁਪਰ ਹਿੱਟ ਗਏ ਨੇ। ਤੇ ਹਾਂਜੀ ਮੈਨੂੰ ਲੱਗਦਾ ਕਿ ਤੁਸੀਂ ਕਿੰਨੀਆਂ ਸੋਹਣੀਆਂ ਔਰ ਚੰਗੀਆਂ ਵਧੀਆ ਗੱਲਾਂ ਕੀਤੀਆਂ, ਜਿਹਦੀ ਵਜ੍ਹਾ ਤੋਂ ਖੁਦ ਮੈਂ ਵੀ ਇਮੋਸ਼ਨਲ ਹੋ ਗਿਆ, ਔਰ ਤੁਸੀਂ ਤੁਹਾਡੀਆਂ ਗੱਲਾਂ ਸੁਣਦੇ ਸੁਣਦੇ ਆਈ ਬਿਲੀਵ ਤੁਸੀਂ ਵੀ ਇਮੋਸ਼ਨਲ ਹੋ ਗਏ ਹੋਗੇ। ਤੇ ਮੈਂ ਅਸੀਂ ਇਹਦੇ ਤੁਸੀਂ ਬਾਰੇ ਗੱਲ ਕਰਦੇ ਹਮੇਸ਼ਾ ਹੀ ਇਮੋਸ਼ਨਲ ਹੋ ਜਾਂਦੀ ਹਾਂ, ਮੈਨੂੰ ਨਹੀਂ ਪਤਾ, ਮੈਨੂੰ ਤਾਂ ਉਹ ਧਰਤੀ ਬਹੁਤ ਖਿੱਚ ਪਾਉਂਦੀ ਹੈ, ਤੇ ਮੈਂ ਰੱਬ ਦੀ ਮਿਹਰ ਹੋਈ ਤੇ ਛੇਤੀ ਆਵਾਂਗੇ। ਅਸੀਂ ਤੁਹਾਡਾ ਬਿਲਕੁਲ ਸਵਾਗਤ ਕਰਾਂਗੇ, ਤੁਹਾਨੂੰ ਵੈਲਕਮ ਕਵਾਂਗੇ ਪਾਕਿਸਤਾਨ ਪੰਜਾਬ ਦੇ ਵਿੱਚ। ਜਦੋਂ ਵੀ ਤੁਸੀਂ ਤੁਹਾਡਾ ਪ੍ਰੋਗਰਾਮ ਬਣੇਗਾ ਤੇ ਇਨਸ਼ਾਅੱਲਾ ਤੁਹਾਡਾ ਅਸੀਂ ਸਵਾਗਤ ਕਰਾਂਗੇ, ਔਰ ਤੁਹਾਡੇ ਟਾਈਮ ਦੇਣ ਦਾ ਬਹੁਤ ਸ਼ੁਕਰੀਆ। ਰੱਬ ਮਿਹਰ ਕਰੇ, ਇਨਸ਼ਾਅੱਲਾ ਰਾਬਤਾ ਰਹੇਗਾ। ਧੰਨਵਾਦ ਜੀ, ਬਹੁਤ ਬਹੁਤ।